ਦੀ ਕਿਰਪਾ ਨਾਲ ਤੇ ਤੁਹਾਡੇ ਆਸ਼ੀਰਵਾਦ ਨਾਲ ਮੇਰੀ ਜ਼ਿੰਦਗੀ ਬਹੁਤ ਵਧੀਆ ਚੱਲ ਰਹੀ ਹੈ। ਬਹੁਤ ਸਾਰੇ ਮੇਰੇ ਦੋਸਤ ਦਰਬਾਰ ਸਾਹਿਬ 'ਚ ਆਪਣੇ ਘਰ ਪ੍ਰੇਅਰ ਕਰਦੇ ਨੇ ਤੇ ਮੇਰਾ ਨਾਂ ਜ਼ਰੂਰ ਲੈਂਦੇ ਆ, ਆਪਣੇ ਪਰਿਵਾਰ ਨਾਲ ਮੈਨੂੰ ਵੀ ਸ਼ਾਮਲ ਕਰ ਲੈਂਦੇ ਆ। ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੀ ਹਾਂ ਜੋ ਆਪਣੀ ਅਰਦਾਸ ਵਿੱਚ ਮੇਰੀ ਵੀ ਤੰਦਰੁਸਤੀ ਦੀ ਮੰਗ ਕਰਦੇ ਆ। ਲੱਖ ਲੱਖ ਸ਼ੁਕਰ ਹੈ ਉਸ ਰੱਬ ਦਾ, ਲੱਖ ਲੱਖ ਸ਼ੁਕਰ ਹੈ ਉਹਨਾਂ ਲੋਕਾਂ ਦਾ, ਲੱਖ ਲੱਖ ਸ਼ੁਕਰ ਹੈ ਰੱਬ ਦਾ ਜਿਨ੍ਹਾਂ ਨੇ ਇਹੋ ਜਿਹੇ ਦੋਸਤ ਔਰ ਜਿਨ੍ਹਾਂ ਨੂੰ ਮੈਂ ਵੇਖਿਆ ਵੀ ਨਹੀਂ ਆ ਤੇ ਉਹ ਮੇਰੇ ਲਈ ਪ੍ਰੇਅਰ ਕਰਨ। ਥੈਂਕ ਯੂ, ਲਵ ਯੂ ਆਲ। ਹਾਂਜੀ ਦੋਸਤੋ, ਇਹ ਮੈਂ ਦੂਸਰੀ ਸ਼ਾਦੀ ਦੀ ਕੋਈ ਕਹਾਣੀ ਸ਼ੁਰੂ ਕਰਨੀ ਕੋਈ ਜ਼ਰੂਰੀ ਵੀ ਨਹੀਂ ਸੀ ਕਿ ਮੈਂ ਠੀਕ ਠਾਕ ਰਹਿ ਰਹੀ ਹਾਂ, ਪਰ ਮੈਂ ਦੱਸਣੀ ਇਹ ਜ਼ਰੂਰੀ ਸਮਝੀ ਕਿ ਜਿਹੜੀ ਪਹਿਲਾਂ ਮੈਂ YouTube ਤੇ ਜਦੋਂ ਮੈਂ ਟਿਕਟੋਕ ਤੇ ਗੱਲਾਂ ਸੁਣਾਉਣ ਡਈ ਹੁੰਦੀ ਹਾਂ ਤੇ ਕਈ ਆ ਕੇ ਕਮੈਂਟ, ਤੁਹਾਨੂੰ ਪਤਾ ਕਿ ਹਰ ਟਾਈਪ ਦਾ ਇਸ ਧਰਤੀ ਤੇ ਇਨਸਾਨ ਆ। ਕੋਈ ਆ ਕੇ ਕਿਸੇ ਨੂੰ ਗੱਲ ਸਮਝ ਆਉਂਦੀ ਤੁਹਾਡੀ ਤੇ ਕਿਸੇ ਨੂੰ ਨਹੀਂ ਆਉਂਦੀ ਹੈਗੀ। ਜਿਨ੍ਹਾਂ ਨੂੰ ਸਮਝ ਆਉਂਦੀ ਆ ਤੇ ਉਹ ਥੈਂਕਸ ਰੱਬ ਦਾ ਕਿ ਹਨਾ ਕਿ ਤੁਹਾਨੂੰ ਉਸ ਲੈਵਲ ਦੇ ਆਪਣੇ ਲੈਵਲ ਦੇ ਲੋਕ ਮਿਲ ਜਾਂਦੇ। ਕਈਆਂ ਨੂੰ ਸਮਝ ਨਹੀਂ ਆਉਂਦੀ ਤੇ ਉਹ ਬਕਵਾਸ ਕਰਨਾ ਸ਼ੁਰੂ ਕਰਦੇ ਦੂਸਰਿਆਂ ਦੇ ਵਿੱਚ। ਪਰ ਮੈਂ ਜੋ ਕਈਆਂ ਨੇ ਉਦੋਂ ਕਿਹਾ ਕਿ 21ਵੀਂ ਸਦੀ ਹੈ ਜਿਹੜੀਆਂ ਤੂੰ ਗੱਲਾਂ ਸੁਣਾਉਣ ਡਈ ਆ, ਉਦੋਂ ਮੈਂ ਪਹਿਲੀ ਵਾਰੀ ਸੁਣਾਉਣ ਡਈ ਤੇ ਇਹ ਨਹੀਂ ਹੁਣ ਹੁੰਦੀਆਂ। ਪਰ ਬਹੁਤ ਸਾਰੀਆਂ ਕੁੜੀਆਂ ਨੇ ਥੱਲੇ ਆ ਕੇ ਆਪਣੀਆਂ ਕਹਾਣੀਆਂ ਦੱਸੀਆਂ ਤੇ ਫਿਰ ਮੈਂ ਸੋਚਿਆ ਜੇ 21ਵੀਂ ਸਦੀ ਆ ਕਹਿਣ ਡਏ ਆ ਕਿ ਨਹੀਂ ਹੁੰਦਾ ਤੇ ਇਹ ਜਿਹੜੀਆਂ ਕੁੜੀਆਂ ਇਹ ਕੌਣ ਨੇ ਜਿਹੜੀਆਂ ਹੁਣ ਵੀ ਸਟਰਗਲ ਕਰ ਰਹੀਆਂ ਆਪਣੀ ਸ਼ਾਦੀ ਵਾਲੀ ਜ਼ਿੰਦਗੀ 'ਚ, ਆਪਣੇ ਪੇਕਿਆਂ ਦੇ ਘਰਾਂ 'ਚ ਸਟਰਗਲ ਕਰ ਰਹੀਆਂ, ਸਹੁਰਿਆਂ ਦੇ ਘਰਾਂ 'ਚ ਸਟਰਗਲ ਕਰ ਰਹੀਆਂ, ਆਪਣੀ ਜ਼ਿੰਦਗੀ ਹਰ ਰਿਸ਼ਤੇ ਤੋਂ ਮਤਲਬ ਕਿ ਕੀ ਹਾਲ ਉਹਨਾਂ ਦੇ ਹੋਏ ਆ ਤੇ ਉਹਨਾਂ ਨੇ ਖੁਦ ਦੱਸਿਆ। ਫਿਰ ਮੈਂ ਦੱਸਿਆ ਕਿ ਮੈਂ ਆਪਣਾ ਸ਼ੇਅਰ ਕਰਾਂ ਆਪਣੀਆਂ ਦੋਸਤਾਂ ਨਾਲ ਕਿ ਮੈਂ ਉਹ ਜਿਹੜੇ 1% ਦੇ ਜਿਹੜੇ ਛੋਟੇ ਮੋਟੇ ਨਿੱਕੇ ਨਿੱਕੇ ਡੋਗੀ ਭੌਂਕਣ ਲਈ ਲੱਤ ਫੜਨ ਲਈ ਆਉਂਦੇ ਆ, ਉਹਨਾਂ ਨੂੰ ਪਰਾਂ ਇੱਦਾਂ ਡੰਡੇ ਨਾਲ ਮਾਰ ਕੇ ਨਾਲ ਸੁੱਟੀ ਜਾਊਂਗੀ ਐਂ ਕਰਕੇ। ਪਰ ਉਹਨਾਂ ਨੂੰ ਦੱਸਾਂ ਜਿਹੜੀਆਂ ਰੀਅਲੀ ਵਿੱਚ ਸਟਰਗਲ ਕਰੇ। ਕਈ ਤੁਹਾਨੂੰ ਪਤਾ ਕਿ ਔਰਤ ਦੀ ਦੁਸ਼ਮਣ ਹੈ ਜੋ ਉਹ ਜਿਹੜੇ ਕੁੱਤੇ ਹਨ, ਜਿਹੜੇ ਮੈਂ ਛੋਟੇ ਛੋਟੇ ਕਤੂਰੇ ਭੌਂਕਣ ਵਾਲੇ ਕਿੰਨੀ ਹੈ ਨਾ, ਉਹ ਔਰਤਾਂ ਹੀ ਨੇ, ਮੈਨੂੰ ਪਤਾ ਉਹਨਾਂ ਦਾ, ਮੈਂ ਬਹੁਤ ਚੰਗੀ ਤਰ੍ਹਾਂ ਜਾਣਦੀ ਉਹਨਾਂ ਔਰਤਾਂ ਨੂੰ। ਤਾਂ ਉਹਨਾਂ ਨੂੰ ਡੰਡੇ ਮਾਰਨੇ ਪੈਂਦੇ ਹੈ ਨਾ ਭੱਜਾਂ। ਫਿਰ ਮੈਂ ਸੋਚਿਆ ਕਿ ਹਾਂ ਸਟਰਗਲ ਕਰ ਰਹੇ ਹੈਗੀ ਆ ਕੁੜੀਆਂ ਵਿਚਾਰੀਆਂ। ਫਿਰ ਮੈਨੂੰ ਪਤਾ ਲੱਗਿਆ ਕਿ 21ਵੀਂ ਸਦੀ ਦੇ ਵਿੱਚ ਵੀ ਕੁੜੀਆਂ ਨੇ ਖੁਦ ਲਿਖਿਆ ਵਾ, ਮੈਂ ਉਹਨਾਂ ਦੇ ਨਾਮ ਮੈਂਸ਼ਨ ਨਹੀਂ ਕਰਦੀ ਪਰ ਲਿਖਿਆ ਵਾ ਕਿ ਉਹਨਾਂ ਦਾ ਜ਼ਿੰਦਗੀ ਇਸ ਤਰ੍ਹਾਂ ਕਾਫੀ ਜ਼ਿਆਦਾ ਮਤਲਬ ਸਟਰਗਲ ਵਿੱਚ ਨਿਕਲ ਰਹੀ ਆ। ਤੇ ਫਿਰ ਮੈਨੂੰ ਸਮਝ ਆਈ, ਫਿਰ ਮੈਂ ਕਿਹਾ ਹਾਂ ਮੈਂ ਦੱਸੂੰਗੀ ਤੁਹਾਨੂੰ ਆਪਣੀ ਗੱਲ ਤੇ ਤੁਹਾਨੂੰ ਸਾਰੀ ਪਿਕਚਰ, ਜੇ ਤੁਹਾਡੇ ਮਨ 'ਚ ਕੁਛ ਡਾਊਟ ਵੀ ਹੋਣਗੇ ਤੇ ਸਾਰੇ ਕਲੀਅਰ। ਮੈਂ ਬਹੁਤ ਹੈਲਪ ਨਹੀਂ ਕਰ ਸਕਦੀ ਪਰ ਮੇਰੇ ਹੀ ਆਪਣੇ ਹੀ ਲਫ਼ਜ਼ ਨਿਕਲੇ ਹੋਏ, ਆਪਣੇ ਤਜਰਬੇ ਤੁਹਾਡੇ ਨਾਲ ਸ਼ੇਅਰ ਕੀਤੇ ਹੋਏ, ਤੁਸੀਂ ਆਪ ਹੀ ਖੁਦ ਹੀ ਆਪਣਾ ਰਸਤਾ ਲੱਭ ਲੈਣਾ ਵਾ ਹਨਾ। ਵੀ ਜੋ ਵੇਖਣ ਨੂੰ ਪਿਕਚਰ ਤਸਵੀਰ ਲੱਗਣ ਡਈ ਹੈ ਤੇ ਤੁਹਾਨੂੰ ਪਤਾ ਲੱਗ ਸਕੇ ਕਿ ਅੰਦਰੋਂ ਇਨਸਾਨ ਕਿੰਨਾ ਬੁਰੀ ਤਰ੍ਹਾਂ ਜ਼ਖਮੀ ਹੋਇਆ ਪਿਆ ਵਾ, ਇਨਸਾਨ ਕਿੱਦਾਂ ਜ਼ਖਮੀ ਹੋਇਆ ਪਿਆ ਵਾ। ਪਰ ਇਸ ਸਮਾਜ ਦੇ ਵਿੱਚ ਕਹਿਣ ਨੂੰ ਬੜਾ ਸੋਹਣਾ ਸਮਾਜ ਲੱਗਦਾ, ਫੁੱਲ ਵੀ ਆ, ਪੱਤੀਆਂ ਵੀ ਆ, ਪਰ ਕਾਂਡੇ ਵੀ ਬੜੇ ਜ਼ਬਰਦਸਤ ਨੇ। ਕਹਿਣ ਨੂੰ ਬੜਾ ਸੋਹਣਾ ਸਮਾਜ ਲੱਗਣ ਡਿਆ ਹੁੰਦਾ। ਇਹ ਸਮਾਜ ਤੁਹਾਨੂੰ ਕਹਿੰਦਾ ਵਾ ਖੁਸ਼ ਰਹੋ, ਕੋਈ ਗੱਲ ਨਹੀਂ, ਫਿਕਰ ਨਾ ਕਰੋ, ਪਰ ਕੀ ਕਰਨ ਡਿਆ ਹੁੰਦਾ ਕਿ ਪਿੱਛੋਂ ਲੱਤਾਂ ਤੁਹਾਡੀਆਂ ਖਿੱਚਣ ਡਿਆ ਹੁੰਦਾ, ਪੂਰੀ ਤਰ੍ਹਾਂ ਜ਼ੋਰ ਲਾ ਦਿੰਦਾ ਕਿ ਤੁਹਾਡੇ ਉੱਤੋਂ ਦੀ ਟਰੈਕਟਰ ਤੇ ਪੂਰਾ ਪਰਿਵਾਰ ਹੀ ਨਗਾਉਣ ਦੀ ਤਿਆਰੀ ਕਰ ਰਿਹਾ ਹੁੰਦਾ। ਇਹ ਉਸ ਸਮਾਜ ਦੇ ਵਿੱਚ ਆਪਾਂ ਰਹਿ ਰਹੇ ਹਾਂ। ਮੈਨੂੰ ਜਿੱਥੋਂ ਤੱਕ ਫਿਰ ਮੈਂ ਇਸ ਕਰਕੇ ਸੋਚਿਆ ਕਿ ਮੈਂ ਇਸ ਚੀਜ਼ ਨੂੰ ਮੈਂ ਸ਼ੇਅਰ ਕਰਾਂ ਤੇ ਤੁਹਾਨੂੰ ਪਤਾ ਲੱਗ ਸਕੇ ਕਿ ਇਨਸਾਨ ਅੰਦਰੋਂ ਕਿੰਨਾ ਜ਼ਖਮੀ ਹੋਇਆ ਹੁੰਦਾ, ਪਰ ਇਸ ਦੁਨੀਆ ਦੇ ਵਿੱਚ ਰਹਿੰਦਿਆਂ ਨੂੰ ਰਹਿਣਾ ਪੈਂਦਾ, ਜੀਣਾ ਪੈਂਦਾ। ਜਿਹੜੇ ਸਾਹ ਮਿਲੇ ਹੁੰਦੇ ਆ ਉਹ ਸਾਹ ਨੂੰ ਮਤਲਬ ਕਿ ਜੇ ਤੁਸੀਂ ਉਹਨਾਂ ਸਾਹਾਂ ਦਾ ਖੁਦ ਖਾਤਮਾ ਕਰ ਲੋਗੇ ਤੇ ਸਾਨੂੰ ਪਤਾ ਹੀ ਨਹੀਂ ਹੈ। ਨਾਲੇ ਸਾਡੇ ਬਾਬਾ ਜੀ ਨੇ ਇਹ ਕਿਹਾ ਹੈ ਕਿ ਆਪਣੇ ਹਾਰਨਾ ਨਹੀਂ ਤੁਸੀਂ ਜ਼ਿੰਦਗੀ ਤੋਂ। ਪਰ ਇਹੋ ਹੀ ਸਮਾਜ ਵਿੱਚ ਰਹਿੰਦੇ ਆ, ਇੱਕ ਸਮਾਜ ਤੁਹਾਡੀ ਉਂਗਲ ਫੜ ਕੇ ਤੁਹਾਨੂੰ ਅੱਗੇ ਲੈ ਜਾਂਦਾ, ਇੱਕ ਸਮਾਜ ਹੁੰਦਾ ਅੱਗੇ ਚੱਲਣ ਡਿਆ ਹੁੰਦਾ ਤੇ ਤੁਹਾਨੂੰ ਪਿੱਛੇ ਤੱਕਦਾ। ਇਹ ਆਪਾਂ ਉਸ ਸਮਾਜ ਵਿੱਚ ਰਹਿੰਦੇ ਆ। ਇਸ ਕਰਕੇ ਮੈਂ ਸੋਚਿਆ ਉਹਨਾਂ ਕੁੜੀਆਂ ਨੂੰ ਦੱਸਾਂ, ਸ਼ਾਇਦ ਉਹਨਾਂ ਨੂੰ ਕੋਈ ਕਲੂ ਮਿਲ ਸਕੇ ਹਨਾ ਮੇਰੀਆਂ ਗੱਲਾਂ ਤੋਂ। ਮਤਲਬ ਮੇਰੀ ਇਹੀ ਸੋਚ ਸੀ। ਇਸ ਕਰਕੇ ਮੈਂ ਕਹਾਣੀ ਲੈ ਕੇ ਆਈ। ਮੈਂ ਕਹਾਣੀ ਦੱਸਣ ਡਈ ਹਾਂ ਆਪਣੇ ਹਸਬੈਂਡ ਨੂੰ ਕੱਲ ਕਿ ਮੈਂ ਕਹਾਣੀ ਸ਼ੁਰੂ ਕੀਤੀ ਆ ਤੇ ਮੇਰੇ ਹਸਬੈਂਡ ਨੇ ਦੱਸਿਆ ਕਿ ਤੁਹਾਨੂੰ ਇਹੋ ਹੀ ਰੀਜ਼ਨ ਆ ਕਿ ਮੇਰੇ ਹਸਬੈਂਡ ਦਾ ਵੀ ਬੜਾ ਵੱਡਾ ਦੁੱਖ ਆ ਜ਼ਿੰਦਗੀ ਦਾ, ਉਹਦੇ ਵੀ ਬੜੇ ਅਥਰੂ ਆ ਤੇ ਮੇਰੇ ਵੀ ਬੜੇ ਅਥਰੂ। ਇਸ ਕਰਕੇ ਰੱਬ ਨੇ ਸ਼ਾਇਦ ਮਿਲਾਇਆ ਹੋਊਗਾ।
ਤੇ ਮੇਰੇ ਹਸਬੈਂਡ ਰੋਂਦੇ ਨਹੀਂ ਆ, ਪਰ ਅੰਦਰੋਂ ਭੰਡਾਰ ਪਹਾੜ ਬਣੇ ਪਏ ਹੋਏ ਹੁੰਦੇ ਦੁੱਖਾਂ ਦੇ। ਹਰ ਇਨਸਾਨ ਦੇ ਹੁੰਦੇ ਆ, ਕਿਉਂਕਿ ਕਿਸੇ ਨੂੰ ਕੋਈ ਕਿੰਨਾ ਸੁਣਾਊ, ਮੈਨੂੰ ਵੀ ਕੋਈ ਸੁਣਾਊਗਾ ਤੇ ਪਰ ਅਗਲਾ ਹੁੰਦਾ ਫਿਰ ਵਿਚਾਰੇ ਦੇ ਅਗਲੇ ਦੇ ਆਪਣੇ ਮਨ ਵਿੱਚ ਆ ਜਾਂਦੀ ਕਿ ਮੈਂ ਆਪਣੇ ਪਰਿਵਾਰ ਨੂੰ ਕਿਵੇਂ ਬੁਰਾ ਕਹੂੰਗਾ। ਆਪਣੇ ਪਰਿਵਾਰ ਨੂੰ ਜੇ ਇਨਸਾਨ ਚਾਹੁੰਦਾ ਕਿ ਚਲ ਮੈਂ ਸੁਣਾਵਾਂ ਤੇ ਦੂਸਰਾ ਕੰਧ ਬਣ ਕੇ ਬੈਠਾ ਸੁਣੀ ਜਾਵੇ ਪਰ ਅੱਗੋਂ ਕੋਈ ਜਵਾਬ ਨਾ ਦੇਵੇ। ਤੇ ਇਸ ਕਰਕੇ ਜਿਵੇਂ ਆਦਮੀ ਹੁੰਦਾ ਵਾ ਤੇ ਉਹ ਜਦੋਂ ਔਰਤ ਨੂੰ ਸੁਣਾਉਣ ਲੱਗਦਾ ਤੇ ਔਰਤ ਨੈਚੁਰਲੀ ਉਹਦੇ ਵਿੱਚ ਜਵਾਬ ਲੱਭੂਗੀ, ਉਹਦੀ ਗੱਲ ਕਰੂਗੀ ਕਿ ਮਤਲਬ ਕਿ ਇਸ ਤਰ੍ਹਾਂ ਵਾ, ਤੇ ਉਹ ਕਹੂਗਾ ਕਿ ਨਹੀਂ ਮੈਂ ਨਾ ਹੀ ਦੱਸਾਂ ਹਨਾ, ਕਿ ਮਤਲਬ ਕਿ ਉਹ ਮਤਲਬ ਉਹਦੀ ਈਗੋ ਹਰਟ ਹੁੰਦੀ ਹੈ। ਦੂਸਰੇ ਲਫ਼ਜ਼ਾਂ ਤੁਸੀਂ ਕਹਿ ਸਕਦੇ ਕਿ ਆਦਮੀ ਵਿਚਾਰੇ ਦੀ ਈਗੋ ਹਰਟ ਹੁੰਦੀ ਹੈ। ਖੈਰ ਮੇਰਾ ਸੁਣਾਉਣ ਦਾ ਮਤਲਬ ਤੁਹਾਨੂੰ ਇਹੀ ਕਿ ਤੁਹਾਨੂੰ ਸ਼ਾਇਦ ਤੁਹਾਡੀ ਜ਼ਿੰਦਗੀ, ਰੱਬ ਕਰੇ ਕਿ ਸਾਰੇ ਸੁਖੀ ਹੋਣ ਮੈਨੂੰ ਸੁਣਨ ਵਾਲੇ, ਪਰ ਜੇ ਕਿਸੇ ਦੀ ਪ੍ਰੋਬਲਮ ਹੋਈ ਹੋਵੇ ਉਹ ਆਪਣਾ ਕੋਈ ਕਲੂ ਲੱਭ ਸਕਦਾ ਜੇ ਕੁਛ ਆਈਡੀਆ ਮਿਲ ਜੇ ਮੇਰੀਆਂ ਗੱਲਾਂ ਕਰਨ ਤੇ। ਮੈਨੂੰ ਤੇ ਨਾ ਹੁਣ ਕੋਈ ਜ਼ਿਆਦਾ ਨੁਕਸਾਨ ਹੋਣ ਵਾਲਾ, ਨਾ ਮੇਰੀ ਜ਼ਿੰਦਗੀ 'ਚ ਕੋਈ ਫਾਇਦਾ ਹੀ ਹੋਣ ਵਾਲਾ, ਜਿੰਨਾ ਜ਼ਿਆਦਾ ਹੋਣਾ ਹੀ ਹੋ ਚੁੱਕਾ ਹੈਗਾ। ਤੇ ਮੈਨੂੰ ਇਸ ਕਰਕੇ ਸੁਣਾਉਣ ਦਿਆ ਮੈਨੂੰ ਕੋਈ ਦਿੱਕਤ ਨਹੀਂ ਹੈਗਾ। ਆਪਾਂ ਉਸ ਸਟੈਪ ਦੀ ਗੱਲ ਕਰ ਰਹੇ ਸੀ ਨਾ, ਤੇ ਕੱਲ ਮੈਂ ਦੱਸਣ ਡਈ ਹਾਂ ਆਪਣੇ ਸੁਣਾ ਜੋ ਸ਼ੇਅਰ ਕੀਤਾ ਕਿ ਮੈਂ ਕਹਾਣੀ ਸੁਣਾ ਰਹੀ ਹਾਂ। ਤੇ ਵੇਖੋ ਉਹ ਜਿਹੜੀ ਵਿਚਾਰੀ ਸਟੈਪ ਸਿਸਟਰ, ਸਟੈਪ ਨਨਾਣ ਕਿੱਡੀ ਵਿਚਾਰੀ ਜੀ ਬਣ ਰਹੀ ਵੀ ਤੁਹਾਡੇ ਨਾਲ ਰਹਿਣਾ ਵਾ। ਐਕਚੁਅਲੀ ਵਿਚਾਰੀ ਨਹੀਂ ਸੀ, ਮਤਲਬ ਮੈਂ ਉਹਦਾ ਹੋਰ ਕਹਾਣੀ ਅੱਗੋਂ ਜਾਰੀ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਉਹਦੇ ਬਾਰੇ ਦੱਸ ਸਕਦੀ ਹਾਂ ਵੀ ਉਹ ਕਿੰਨਾ ਕੁਛ ਖਾ ਚੁੱਕੀ ਆ। ਜਿਹੜੇ 3 ਭੈਣ ਭਰਾ ਵਾ ਉਹ ਤੇ ਵਿਚਾਰੇ ਜੇ ਬਣ ਕੇ ਇੱਕ ਸਾਈਡ ਤੇ ਹੀ ਆ, ਮਤਲਬ ਕਿ ਉਧਰੋਂ ਨਹੀਂ ਕੁਛ ਮੰਗਦੇ, ਇੱਕ ਸਾਈਡ ਤੇ ਬੈਠੇ ਹੋਏ ਨੇ। ਉਹ ਨਾ ਬਗਾਵਤ ਕਰਦੇ ਨਾ ਕੁਛ ਕਰਦੇ, ਪਰ ਇਹ ਔਰਤ ਇੰਨਾ ਹਜਮ ਕਰਕੇ ਵੀ ਤਾਂ ਵੀ ਇਹਨੇ ਸਮਝਿਆ ਨਹੀਂ ਆ ਇਸ ਚੀਜ਼ ਨੂੰ ਕਿ ਮੈਂ ਕੀ ਕਰ ਰਹੀ ਹਾਂ। ਜਿਵੇਂ ਮੇਰੇ ਹਸਬੈਂਡ ਨੇ ਦੱਸਿਆ ਕਿ 35 ਈਅਰ ਤੱਕ ਜੋ ਸਾਰੇ ਜਣੇ ਆ ਗਏ, 35 ਈਅਰ ਤਕਰੀਬਨ ਹੋ ਹੀ ਚੁੱਕਿਆ ਹੋਣਾ ਸਾਰਿਆਂ ਨੂੰ। 35 ਈਅਰ ਤੱਕ ਹਰ ਸਾਲ 5 ਲੱਖ ਜਿਹੜਾ ਠੇਕਾ ਆਉਂਦਾ ਸੀ, ਸਾਰਾ ਦਾ ਸਾਰਾ ਇਹ ਜਿਹੜੀ ਵਿਚਾਰੀ ਜੀ ਬਣੀ ਤੁਹਾਡੇ ਨਾਲ ਰਹਿਣਾ ਵਾ। ਤੇ ਮਤਲਬ ਮੇਰਾ ਹੀ ਆਉਂਦਿਆਂ ਹੀ ਨੱਕ ਦਮ ਕਰ ਦਿੱਤਾ। 5 ਲੱਖ ਨੂੰ 35 ਸਾਲ ਗੁਣਾ ਕਰੋ, ਸਾਰਾ ਦਾ ਸਾਰਾ ਇਸ ਕੁੜੀ ਨੂੰ ਪਾਇਆ ਉਸ ਔਰਤ ਨੇ। ਕਿਉਂਕਿ ਜਿਵੇਂ ਡੈਡੀ ਹੀ ਉਹ ਕੁਛ ਨਹੀਂ ਕਰ, ਜਦੋਂ ਇਨਸਾਨ ਤੁਹਾਨੂੰ ਦੱਸਿਆ ਕਿ ਬਜ਼ੁਰਗ ਹੋ ਜਾਂਦਾ ਵਿਚਾਰਾ, ਮਤਲਬ ਕਿ ਉਹ ਕੀ ਕਰੇ। ਔਰ ਪਲੱਸ ਇਸ ਸਮਾਜ ਦੇ ਵਿੱਚ ਚਾਹੇ ਸਾਨੂੰ ਆ, ਸਾਡੀ ਸ਼ਾਦੀ ਆ ਤੇ ਅਸੀਂ ਆਪਣੀ ਸ਼ਾਦੀ ਨਹੀਂ ਖਰਾਬ ਕਰਨਾ ਚਾਹੁੰਦੇ, ਜ਼ੁਲਮ ਜਰਦੇ ਆ। ਤੇ ਏਦਾਂ ਹੀ ਬੰਦੇ ਵੀ ਵਿਚਾਰੇ ਔਰਤਾਂ ਦਾ ਜ਼ੁਲਮ ਪੂਰੀ ਤਰ੍ਹਾਂ ਜਰਦੇ ਨੇ, ਤੇ ਉਹ ਵੀ ਵਿਚਾਰੇ ਜਰਦੇ ਸੀ। ਤੇ ਉਹ ਕੀ ਕਰ ਸਕਦੇ ਕਹਿਣ ਵੀ, ਤੇ ਉਹ ਕਿਤੇ ਸੁਣਦੀ। 5 ਲੱਖ 35 ਸਾਲ ਤੱਕ ਇਹ ਕੁੜੀ ਪੂਰੇ ਦਾ ਪੂਰਾ ਪੈਸਾ ਹਜਮ ਕਰ ਗਈ। ਫਿਰ ਇਹਨਾਂ ਸਾਰਿਆਂ ਦੀਆਂ ਜ਼ਮੀਨਾਂ ਮਤਲਬ ਕਿ ਉਹਦੇ ਗੌਰਮੈਂਟ ਦੇ ਵਿੱਚ ਆ ਗਈਆਂ ਘੇਰੇ 'ਚ, ਤੇ ਸਾਰੇ ਪਰਿਵਾਰ ਨੂੰ ਉਹਨਾਂ ਨੇ, ਜਿਵੇਂ ਕੁੜੀਆਂ ਦਾ ਵੀ ਹਿੱਸਾ ਹੁੰਦਾ ਤੁਹਾਨੂੰ ਪਤਾ, ਮੁੰਡਿਆਂ ਦਾ ਵੀ ਹਿੱਸਾ, ਹਰ ਕੋਈ ਹਿੱਸੇ ਦੇ ਬਰਾਬਰ ਆ। ਜਿਹੜੀਆਂ ਕੁੜੀਆਂ ਮੁੰਡੇ ਸਾਰੇ ਉੱਥੇ ਰਹਿਣ ਡਏ। ਤੇ ਤੁਸੀਂ ਸੋਚੋ ਕਿ ਜਸਪਾਲ ਨੇ ਆਪਣੀ ਪੂਰੀ ਖੇਤੀਬਾੜੀ ਕੀਤੀ, ਆਪਣੇ ਘਰ 'ਚ ਇੰਨੀ ਮਿਹਨਤ ਕੀਤੀ, ਤੇ ਇਹਨੇ ਵੇਖੋ ਕੀ ਕੀਤਾ। ਸਾਰਿਆਂ ਨੂੰ ਪੈਸੇ ਮਿਲੇ, ਸਾਰੇ ਚਲੇ ਗਏ, ਪਰ ਜਿਹੜੇ ਜਸਪਾਲ ਦਾ ਪੋਲੀਟੀਕਲ ਸਟੇਟਸ ਸੀ ਉਹ ਮਤਲਬ ਕਿ ਇੰਨੀ ਜਲਦੀ ਵਾਪਸ ਨਹੀਂ ਜਾ ਸਕੇ, ਕਿਉਂਕਿ ਉਹ ਬਿਜ਼ਨਸ ਵੀਜ਼ੇ ਤੇ ਆ ਕੇ ਇੱਥੇ ਸਟਕ ਹੋਣਾ, ਸਾਰਾ ਕੁਛ ਤੁਹਾਨੂੰ ਪਤਾ, ਸਾਰਾ ਕੁਛ ਸਾਰੇ ਕਿਵੇਂ ਆਏ ਆ, ਉਸੇ ਤਰ੍ਹਾਂ ਦੀ ਕਹਾਣੀ 'ਚੋਂ ਜਸਪਾਲ ਨਿਕਲਿਆ ਹੋਊਗਾ। ਪੇਪਰ ਬਣਤੇ ਬਹੁਤ ਟਾਈਮ ਲੱਗੇ, ਤੇ ਗੌਰਮੈਂਟ ਨੇ ਜਿਵੇਂ ਸਾਰਿਆਂ ਦੇ ਕਾਪੀ ਲਾਤੀ, ਤੇ ਜਸਪਾਲ ਦੇ ਡੈਡੀ ਨੇ ਵੀ ਸਾਰਿਆਂ ਨੂੰ ਆਪਣੀ ਉਹਨਾਂ ਦੀ ਕਾਪੀ ਦੇ ਦਿੱਤੀ। ਸਾਰਿਆਂ ਨੂੰ ਪੈਸੇ ਉਹ ਚਲੇ ਗਏ ਕਿ ਉਹਨਾਂ ਦੀਆਂ ਜ਼ਮੀਨਾਂ ਦੇ, ਕੁੜੀਆਂ ਨੂੰ ਵੀ ਚਲੇ ਗਏ, ਮੁੰਡਿਆਂ ਨੂੰ ਵੀ ਚਲੇ ਗਏ। ਸਭ ਨੇ ਜੋ ਕਰਨਾ ਸੀ ਆਪਣੇ ਪੈਸੇ ਦਾ ਕੀਤਾ ਹੋਊਗਾ। ਜਸਪਾਲ ਵਿਚਾਰਾ, ਉਹਦੇ ਕੋਲ ਵੀ 16 ਲੱਖ ਦੀ ਕਾਪੀ ਸੀ। ਤੇ ਅਸੀਂ ਗਏ ਉੱਥੇ। ਜਸਪਾਲ ਬਹੁਤ ਸਾਲਾਂ ਬਾਅਦ, ਜੋ ਸ਼ਾਦੀ ਹੋਣ ਤੋਂ, ਮੇਰੇ ਤੋਂ ਵੀ ਆਉਣ ਤੋਂ ਬਾਅਦ, ਮੇਰਾ ਖਿਆਲ ਜਸਪਾਲ 2 ਸਾਲ ਬਾਅਦ, ਸ਼ਾਦੀ ਹੋਣ ਤੋਂ 2 ਸਾਲ ਬਾਅਦ ਜਸਪਾਲ ਸਿਟੀਜ਼ਨ ਬਣਿਆ। ਫਿਰ ਜਸਪਾਲ ਇੰਡੀਆ ਗਏ ਤਾਂ ਉਹਨੂੰ ਪੈਸੇ ਨੂੰ ਉਹਨਾਂ ਨੇ ਕੁਛ ਨਹੀਂ ਕੀਤਾ, ਅੱਗੇ ਡਿਪੋਜ਼ਿਟ ਕਰਤਾ। ਮੈਂ ਵੀ ਨਾਲ ਸਾਂ, ਮੌਜੂਦ ਸਾਂ ਉਸ ਪਿੰਡ ਵਿੱਚ। ਅਸੀਂ ਵੀ ਗਏ। ਪਿੰਡ ਜਿਹੜਾ ਹੁੰਦਾ ਨਾ ਇੱਕ ਸਟੇਟ ਬੈਂਕ, ਜਿਹੜਾ ਫਾਰਮਿੰਗ ਟਾਈਪ ਬੈਂਕ ਹੁੰਦਾ, ਉੱਥੇ ਅਸੀਂ ਵੀ ਬੈਠੇ ਹਾਂ। ਉਹਨੂੰ ਪੈਸੇ ਨੂੰ ਅੱਗੇ ਜਮ੍ਹਾਂ ਕਰਾਤਾ। ਜੇ ਸਪੋਜ਼ ਕਰੋ ਲੈਣਾ ਹੁੰਦਾ ਅਸੀਂ ਲੈ ਸਕਦੇ ਹਾਂ, ਪਰ ਉਹ ਜਸਪਾਲ ਦੇ ਨਾਂ ਤੇ ਹੀ, ਸਨ ਆਫ, ਮਤਲਬ ਕਿ ਫਾਦਰ ਦਾ ਨਾਮ,
ਲੈ ਸਕਦੇ, ਪਰ ਨਹੀਂ ਲਿਆ ਕਿ ਇਹਨਾਂ ਇਹ ਪੈਸੇ ਇੱਕ ਜਾਣੇ ਨਹੀਂ, ਜਿਵੇਂ 2 ਬੇਟੇ ਵੀ ਆ ਉਹਨਾਂ ਦਾ ਵੀ ਹੈ, ਸਾਰਿਆਂ ਨੂੰ 3 ਹਿੱਸਿਆਂ 'ਚ ਵੰਡਿਆ ਜਾਊਗਾ। ਉਹਨੇ ਇਸ ਆਈਡੀਆ ਦਿੱਤਾ ਕਿ ਇਹਨੂੰ ਹੋਰ ਅੱਗੇ ਤੁਸੀਂ ਫਿਕਸ ਡਿਪੋਜ਼ਿਟ ਕਰ ਦਿਓ, ਜਦੋਂ ਤੁਸੀਂ ਆਓਗੇ ਨੈਕਸਟ ਟਾਈਮ 32 ਲੱਖ ਬਣਿਆ ਹੋਊਗਾ, ਹੈ ਨਾ, ਜਾਂ ਕੁਛ ਆ। ਫਿਰ ਉਸ ਤੋਂ ਬਾਅਦ ਜਸਪਾਲ ਸਿਟੀਜ਼ਨ ਬਣ ਚੁੱਕਾ ਸੀ। ਮੈਂ ਤਾਂ ਇੰਡੀਆ ਹਰ ਸਾਲ ਜਾਂਦੀ ਰਹਿੰਦੀ ਹਾਂ, ਪਰ ਜਸਪਾਲ ਵੀ ਫਿਰ ਮੇਰੇ ਨਾਲ ਇੱਕ ਵਾਰੀ ਗਏ, ਜਾ ਕੇ ਅਸੀਂ ਬੈਂਕ 'ਚ ਬੈਠੇ ਹਾਂ। ਫਿਰ ਨਹੀਂ ਅਸੀਂ ਕੁਛ ਕਰਨਾ ਪੈਸੇ ਦਾ। ਇੱਕ ਨਾਲ ਬਹੁਤ ਅੱਛਾ ਮਤਲਬ ਕਿ ਸੁਲਝਿਆ ਹੋਇਆ ਇਨਸਾਨ ਸੀ, ਉਹਨੇ ਦੱਸਿਆ ਕਿ ਇਹ ਬੈਂਕ 'ਚ ਪੈਸੇ ਤੁਸੀਂ ਕਿਵੇਂ, ਤੇ ਮਤਲਬ ਕਿ ਇੱਥੇ ਹੀ ਰਹਿਣ ਦਿਓ ਵੀ ਤੁਸੀਂ ਕਿਹੜਾ ਯੂਜ਼ ਕਰਨਾ, ਤੇ ਉਹਨੂੰ ਮਤਲਬ ਕਰਨਾ ਵੀ ਨਹੀਂ, ਕੱਢਣਾ ਵੀ ਨਹੀਂ। ਜੋ ਅਸੀਂ ਬੈਂਕ 'ਚ ਬੈਠੇ ਆ ਨਾ, ਇਹ ਕੁੜੀ ਜਿਹੜੀ ਬੜੀ ਸਿੱਧੀ ਸਾਦੀ ਬਣ ਰਹੀ ਸੀ ਘਰ ਦੇ ਵਿੱਚ, ਔਰ ਮਤਲਬ ਕਿ ਇਹਨੇ ਜਸਪਾਲ ਦਾ ਜਾਣੇ ਅਣਜਾਣੇ 'ਚ ਇਦਾਂ ਦਾ ਹਾਲ ਕਰ ਦਿੱਤਾ। ਜੋ ਜਾ ਕੇ ਬੈਠੇ ਆ, ਤੁਸੀਂ ਯਕੀਨ ਕਰਨਾ, ਜਿਵੇਂ ਜਸਪਾਲ ਦਾ ਨਾਮ ਆ, ਤੇ ਉਹ ਸਨ ਆਫ ਜਿਨ੍ਹਾਂ ਦਾ ਨਾਂ ਡੈਡੀ ਦਾ, ਤੇ ਉਹ ਜੀਂਦੇ ਅਜੇ। ਤੇ ਜਦੋਂ ਕਿ ਉਹਨਾਂ ਨੇ ਸਾਰਾ ਕੁਝ ਦਿੱਤਾ, ਸਭ ਨੇ ਪੈਸੇ ਲੈ ਲਏ, ਇਹਨਾਂ ਨੂੰ ਪਤਾ ਹੀ ਗਿਆ, ਡਿਸਪਿਊਟ ਕਰਾਤਾ। ਉਹਨੂੰ ਅਕਾਊਂਟ ਨੂੰ ਜਸਪਾਲ ਹੱਥ ਹੀ ਨਹੀਂ ਕਰ ਸਕਦਾ, ਇਲਾਜ ਸਾਡਾ ਫ੍ਰੀ 'ਚ। ਈਵਨ ਉਹ ਇਨਸਾਨ ਨੇ ਦੱਸਿਆ, ਉਸ ਇਨਸਾਨ ਨੇ ਸਾਨੂੰ ਵੇਖਿਆ ਕਿ ਜਦੋਂ ਹੀ ਉਹ ਡਿਪੋਜ਼ਿਟ ਕਰਾਏ ਤੇ ਹੋਰ ਪੈਸੇ ਬਣਨੇ ਆ, ਔਰ ਆਈਡੀਆ ਉਹਦਾ ਹੀ। ਜਦੋਂ ਹੀ ਇੱਥੇ ਬੈਠੇ ਉੱਥੇ ਤਾਂ ਉਹਨੇ ਕਿਹਾ ਡਿਸਪਿਊਟ ਦੀ ਲੈਟਰ ਆਈ, ਇਹ ਔਰਤ ਇਹੋ ਜਿਹੀ ਹੈ। ਤੁਸੀਂ ਸੋਚੋ, ਅਜੇ ਸਟੈਪ ਆ, ਤੇ ਸਾਰੇ ਪੈਸੇ ਜਸਪਾਲ ਦੇ ਫ੍ਰੀ 'ਚ, ਸਾਰੇ ਪੈਸਾ ਇਹਨੇ ਇਸ ਔਰਤ ਨੇ ਮਤਲਬ ਕਿ ਉਹ ਡੈਡੀ ਦੇ ਜੀਨੇ ਹੁੰਦਿਆਂ ਸਾਰਾ ਪੈਸਾ ਕਢਾ ਕੇ ਆਪਣੇ ਘਰ ਰੱਖ ਲਿਆ। ਮੈਨੂੰ ਉਸ ਟਾਈਮ ਕਦੀ ਸ਼ਾਇਦ ਮੈਂ ਰਿਗਰੈਟ ਫੀਲ ਕਰਦੀ ਕਿ ਹਾਂ ਮੈਂ ਇਹਦੇ ਮੰਨ ਜਾਂਦੀ, ਪਰ ਇਹਦੇ ਮੰਨਣ ਤੂੰ ਤੇ ਪੈਸਿਆਂ 'ਚ ਧੁੱਲੀ ਹੋਈ ਆ, ਔਰ ਤੂੰ ਸਾਰਾ ਕੁਛ ਖਾ ਚੁੱਕੀ ਆ। ਮਤਲਬ ਉਸ ਆਦਮੀ ਦਾ ਜਿਹਨੇ ਆਪਣੀ ਇੰਨੀ ਕਿਰਤ ਕੀਤੀ ਉਸ ਘਰ ਦੇ ਵਿੱਚ, ਜ਼ਮੀਨ ਦਾ ਸਾਰਾ ਕੰਮ ਕਰਦਾ ਸੀ, ਸਾਰਾ ਕੁਛ ਕੰਮ ਕਰਦਾ ਸੀ, ਤੇ ਉਸ ਕੰਮ ਨੂੰ, ਉਹਦੀ ਮਿਹਨਤ ਨੂੰ ਤੂੰ ਨਕਾਰਾ ਕਰਕੇ ਰੱਖ ਦਿੱਤਾ। ਇਹ ਔਰਤ ਸੀ। ਇਹੋ ਮੈਂ ਦੱਸਣਾ ਹੀ, ਥੋੜਾ ਸਾਫ਼ ਦੱਸਣਾ ਹੀ ਕਿ ਕਿੰਨਾ ਪੈਸਾ 5 ਲੱਖ ਟਾਈਮ 35, ਇਹ ਜਸਪਾਲ ਨੇ ਲਿਖਿਆ ਸੀ ਤੇ ਮੈਂ ਉੱਥੋਂ ਵੇਖਣ ਨਹੀਂ, 35 ਇੰਨਾ ਪੈਸਾ ਉਹ ਲੁੱਟ ਚੁੱਕੀ। ਫਿਰ ਜਿਹੜਾ ਅਕਾਊਂਟ ਸਾਰਿਆਂ ਭੈਣ ਭਰਾਵਾਂ ਦੇ ਹਿੱਸੇ ਆਇਆ, ਜਿਹੜਾ ਜਸਪਾਲ ਦੇ ਹਿੱਸੇ ਆਇਆ, ਪੂਰੀ ਤਰ੍ਹਾਂ ਇਹ ਚਟਪ ਕਰ ਗਈ। ਚਲੋ ਇਹ ਚੀਜ਼, ਇਹ ਉਹ ਔਰਤ ਹੈ ਸਟੈਪ। ਮੇਰੀ ਹੋਰ ਦੂਸਰੀ ਸਕੀ ਨਨਾਣ ਹੈਗੀ ਆ, ਉਹ ਆਪਣੇ ਘਰ ਖੁਸ਼ ਆ। ਉਹਨੂੰ ਮੈਨੂੰ ਨਹੀਂ ਪਤਾ ਇਹ ਕੁਛ ਦਿੰਦੇ ਵੀ ਹੋਣੇ ਕਿ ਨਹੀਂ ਦਿੰਦੇ ਹੋਣੇ। ਉਹ ਆਪਣੇ ਘਰ ਖੁਸ਼ ਆ, ਵਧੀਆ ਉਹਦੇ ਬਿਜ਼ਨਸ ਆ, ਉਹ ਕੋ ਘਰ ਉਹਨੇ ਕਈ ਖਰੀਦੇ ਹੋਏ ਆ, ਉਹ ਵਧੀਆ, ਉਹ ਆਪਣੇ ਮਜ਼ੇ 'ਚ ਰਹਿੰਦੀ ਆ। ਉਹਨੂੰ ਪਤਾ ਵਾ ਕਿ ਇਹ ਸਟੈਪ ਆਈ ਆ ਆਪਣੀ, ਮੇਰੀ ਮਾਂ ਤੇ ਖਤਮ ਹੋ ਚੁੱਕੀ ਆ, ਤੇ ਇਸ ਕਰਕੇ ਉਹ ਆਪਣੇ ਘਰ ਖੁਸ਼ ਆ, ਉਹ ਬਿਜੀ ਆ। ਉਹਨੇ ਆਪਣੀ, ਮੈਂ ਉਹਨੂੰ ਕਈ ਵਾਰ ਕਿਹਾ ਕਿ ਬਾਹਰ ਉਹ ਦੂਸਰਿਆਂ ਨਾਲ ਕਿਉਂ ਨਹੀਂ ਬੋਲਦੀ ਜਾਂ ਹੱਸਦੀ ਖੇਡਦੀ, ਉਹ ਕਹਿੰਦੀ ਉਹ ਨਹੀਂ, ਮੈਂ ਬਿਜੀ ਬਹੁਤ ਆ ਤੇ ਮੈਂ ਆਪਣੇ 'ਚ ਹਾਂ, ਉਹ ਕੁਛ ਨਹੀਂ, ਉਹ ਆਪਣੇ ਮਸਤ ਆ। ਮਸਤ ਹੋਣਾ ਹੀ ਪੈਂਦਾ, ਹਾਲਾਤ ਬਣਾ ਦਿੰਦੇ ਇਨਸਾਨ ਨੂੰ, ਹਨਾ, ਮਸਤ ਜੋ ਕੁਛ ਹੋ ਨਹੀਂ ਸਕਣਾ ਹੁੰਦਾ। ਤੇ ਪਰ ਇਹਨੂੰ, ਇਹਦੇ ਹਿੱਸੇ ਤਾਈਓ ਮੈਂ ਦਿਲ ਵਿੱਚ ਸੋਚਣਾ ਕਿ ਇਹ ਔਰਤ ਬੋਲਣਾ ਕਿਉਂ ਨਹੀਂ ਚਾਹੁੰਦੀ। ਉਹ ਤੇ ਗੱਲ ਕੀਤੀ ਹੀ, ਪਰ ਉਹ ਤੋਂ ਜ਼ਿਆਦਾ ਵੀ ਮੂੰਹ ਨਹੀਂ ਹਿਲਾਉਂਦੀ, ਕਿਉਂਕਿ ਉਹ ਬਿਜੀ ਵਿਚਾਰੀ ਸੀ ਪੈਸੇ ਨੂੰ ਸੰਭਾਲਣ ਦੇ ਵਿੱਚ। ਪੈਸੇ ਹੀ ਆ ਨਾ, ਇਹ ਪੈਸੇ ਤੇ ਅੱਜ ਕਿੰਨੇ ਸਾਰੇ ਹੁੰਦੇ, ਬਾਅਦ 'ਚ ਪਤਾ ਖੇਰ ਖਾਲੀ ਹੋ ਜਾਂਦਾ, ਪਤਾ ਨਹੀਂ ਲੱਗਦਾ। ਤੇ ਇਹਨਾਂ ਨੇ ਵੈਸੇ ਵੀ ਨਾਲ ਨਹੀਂ ਜਾਣਾ, ਪਰ ਇਹ ਤੇਰਾ ਹੱਕ ਦੀ ਗੱਲ ਕਰਦੀ ਆ ਕਿ ਜਿਹਦਾ ਹੱਕ ਸੀ ਉਹਨੂੰ ਨਹੀਂ ਦੇਣ ਦਿੱਤਾ। ਮੈਂ ਤੇ ਜਸਪਾਲ ਨੇ ਫਿਰ ਨਵੇਂ ਸਿਰਿਓਂ ਸਕਰੈਚ ਤੋਂ ਸ਼ੁਰੂ ਕੀਤੀ ਸੀ ਜ਼ਿੰਦਗੀ। ਜਦੋਂ ਅਸੀਂ ਦੋਨੋਂ ਮਿਲੇ, ਮੈਂ ਵੀ ਰੱਜ ਕੇ ਮਿਹਨਤ ਕੀਤੀ। ਬੜਾ ਸ਼ਾਨਦਾਰ ਰੌਕਲੈਂਡ ਇੱਕ ਛੋਟਾ ਜਿਹਾ ਸਿਟੀ ਆ, ਬੜਾ ਪਿਆਰਾ, ਹਾਰਵੈਸਟ ਰੋਡ ਤੇ, ਪਰ ਬੜਾ ਹੀ ਛੋਟਾ ਜਿਹਾ ਪਿਆਰਾ ਘਰ ਸੀ, ਬਹੁਤ ਜ਼ਿਆਦਾ ਪਿਆਰਾ ਘਰ ਸੀ। ਅਸੀਂ ਦੋਨਾਂ ਨੇ ਨਵੇਂ ਸਿਰਿਓਂ ਸ਼ੁਰੂ ਕੀਤੀ। ਜਿਵੇਂ ਅਸੀਂ ਸੋਚਿਆ ਸੀ ਬੱਚੇ ਆਉਣਗੇ, ਉੱਦਾਂ ਇੱਕ ਫੈਮਿਲੀ ਨਾਲ ਰੋਜ਼ ਹੱਸਾਂਗੇ, ਖੇਡਾਂ ਪਵਾਂਗੇ, ਉਹ ਨਹੀਂ ਹੋਣ ਦਿੱਤਾ। ਤੁਹਾਨੂੰ ਦੱਸਿਆ ਇਸ ਕੁੜੀ ਨੇ ਤੇ ਦੀ ਮਾਂ ਨੇ। ਜਦੋਂ ਬੱਚੇ ਇਹ ਨਹੀਂ ਕਿ ਨਹੀਂ ਆਉਂਦੇ, ਆਉਂਦੇ ਸੀ, ਤੇ ਪਰ ਉਹ ਕੀ ਕਰਦੇ ਸੀ ਕਿ ਇਹਨਾਂ ਦੀ ਕੋਲ ਨਾ ਆ ਜਾਂਦੀਆਂ, ਭੁੱਲ ਗਏ ਸਾਨੂੰ। ਉਹਨਾਂ ਬੱਚਿਆਂ ਦੇ ਸਾਹਮਣੇ ਇਦਾਂ ਕਰਦੇ ਸੀ ਜਿਵੇਂ ਉਹਨਾਂ ਦੀ ਮਾਂ ਦੀ ਇਹਨਾਂ ਨੇ ਬੜੀ ਸੇਵਾ ਕੀਤੀ ਆ, ਤੇ ਇਹ ਅਸੀਂ ਤੁਹਾਨੂੰ ਪਾਲਿਆ ਵਾ, ਤੇ ਤੁਹਾਡਾ ਪਿਓ ਤਾਂ ਉੱਥੋਂ ਆ ਗਿਆ ਸੀ। ਤੇ ਪਿਓ ਜਦੋਂ ਆਇਆ ਸੀ, ਉਹ ਆਪਣੇ ਬੱਚਿਆਂ ਦੇ ਫਿਊਚਰ ਲਈ ਆਇਆ ਸੀ। ਈਵਨ ਉਹਦੀ ਵਾਈਫ ਜਿੰਦਾ ਸੀ, ਤੇ ਉਹਨੇ ਵੀ ਕਿਹਾ ਕਿ ਸ਼ਾਇਦ ਤੁਸੀਂ ਜਾਓਗੇ ਉੱਥੇ ਤੇ ਪੇਪਰ ਬਣ ਜਾਣਗੇ, ਤੇ ਅਸੀਂ ਅਮਰੀਕਾ ਜਾ ਕੇ ਇਲਾਜ ਕਰਾਵਾਂਗੇ, ਸਭ ਮਤਲਬ ਪੂਰੀ ਉਹਦੀ ਪਰਮਿਸ਼ਨ ਦੇ ਨਾਲ। ਤੇ ਇਹ ਉਹਨਾਂ ਨੂੰ ਜੋ ਇਹਨਾਂ ਦਿਲ ਕੀਤਾ ਇਹਨਾਂ ਮਾਵਾਂ ਧੀਆਂ ਦਾ, ਇਹੋ ਜਿਹੀਆਂ, ਮੇਰੇ ਕਹਿਣ ਦਾ ਮਤਲਬ ਹੈ ਕਿ ਇਸ ਸਮਾਜ ਇੱਕ ਘਰ ਦੀ ਸਟੋਰੀ ਹੈ। ਮਤਲਬ ਘਰਾਂ ਵਿੱਚ ਕੀ ਹੋ ਰਿਹਾ ਵਾ, ਇਹ ਸਾਰਾ ਪਰਦੇ ਦੇ ਪਿੱਛੇ ਸੀਨ ਆ। ਤੇ ਪਰਦੇ ਦੇ ਪਿੱਛੋਂ ਸੀਨ ਨੂੰ ਮੈਂ ਖਿੱਚ ਕੇ
ਕੋਸ਼ਿਸ਼ ਕਰ ਰਹੀ ਹਾਂ ਤੁਹਾਡੇ ਸਾਹਮਣੇ ਪੇਸ਼ ਕਰਨ ਦਾ ਕਿ ਤੁਹਾਨੂੰ ਇਹ ਸਾਰੀਆਂ ਮੁਸ਼ਕਲਾਂ ਤੋਂ ਤੁਸੀਂ ਜਾਣੂ ਹੋ ਸਕੋ ਕਿ ਜਦੋਂ ਦੂਸਰਾ ਵੀ ਕਰਨਾ ਤਾਂ ਉਹਦਾ ਮਤਲਬ ਇਹ ਨਹੀਂ ਹੁੰਦਾ। ਹੁਣ ਮੈਨੂੰ ਇੱਕ ਕੁੜੀਆਂ ਨੇ ਦੱਸਿਆ ਸੀ, ਇਹ ਕੁੜੀ ਦੂਸਰਾ ਕੀਤਾ, ਉੱਥੇ ਵੀ ਉਹ ਹੁੰਦਿਆ ਤਾਂ ਹੁਣ ਕਹਿੰਦੀ ਚਲੋ ਚੁੱਪ ਕਰਕੇ ਬਹਿ ਹੀ ਜਾਈਏ, ਕੀ ਕਰ ਸਕਦੇ ਹੋ। ਸੱਚ ਹੈ ਗੱਲ, ਕੀ ਕਰ ਸਕਦੇ ਹੋ। ਪਰ ਬਸ ਇਹਨਾਂ ਸਾਰੀਆਂ ਮੁਸੀਬਤਾਂ ਆਉਣ ਤੋਂ ਪਹਿਲਾਂ ਜੋ ਰੱਬ ਨੇ ਲਿਖਿਆ ਪਹਿਲੀ ਗੱਲ ਤਾਂ ਹੋਣਾ, ਪਰ ਉੱਦਾਂ ਹੀ ਤੁਹਾਡਾ ਮਾਈਂਡ ਥੋੜਾ ਓਪਨ ਹੋ ਜਾਏ, ਥੋੜਾ ਕਲੀਅਰ ਹੋ ਜਾਏ ਤੇ ਤੁਸੀਂ ਜ਼ਿਆਦਾ ਹੋਰ ਚੰਗੀ ਤਾਂ ਤੁਹਾਡੀ ਵਿਜ਼ਨ ਸਾਫ਼ ਹੋ ਸਕੇ। ਜਿਹੜੀ ਮਤਲਬ ਮੈਂ ਬੈਠੀ ਹੁਣ ਗੱਲਾਂ ਕਰਨ ਡਈ ਹਾਂ ਔਰ ਜੋ ਮੇਰੀ ਵਿਜ਼ਨ ਖੁਦ ਨਹੀਂ ਸਾਫ਼ ਹੈਗੀ, ਇਸ ਕਰਕੇ ਮੈਂ ਆਪਣੇ ਤਜਰਬੇ, ਹਾਰੇ ਹੋਏ ਤਜਰਬੇ, ਭਾਵੇਂ ਹਾਰੇ ਹੋਏ ਤਜਰਬੇ ਆ, ਸਕਸੈਸਫੁਲ ਜ਼ਿੰਦਗੀ ਨਹੀਂ ਆ, ਸਕਸੈਸ ਨਹੀਂ ਆ, ਫੇਲ ਹੋਈ ਜ਼ਿੰਦਗੀ ਸਮਝ ਲਓ। ਮੈਂ ਫੇਲ ਹੋਈ ਜ਼ਿੰਦਗੀ ਆ ਤੁਹਾਡੇ ਸਾਹਮਣੇ, ਫੇਲ ਹੋਈ ਜ਼ਿੰਦਗੀ ਦੀ ਉਦਾਹਰਨ ਆ ਤੁਹਾਡੇ ਸਾਹਮਣੇ। ਤੇ ਮੇਰੀ ਇਸ ਫੇਲ ਹੋਈ ਜ਼ਿੰਦਗੀ ਤੋਂ ਪਤਾ ਨਹੀਂ ਕਿੰਨੀਆਂ ਭੈਣਾਂ ਦਾ ਫਾਇਦਾ ਸ਼ਾਇਦ ਹੋ ਸਕੇ। ਇਹ ਵਾ ਮੇਰਾ ਪਰਪਸ ਦੱਸਣ ਦਾ। ਇਹ ਜਿਹੜੀ ਸਟੈਪ ਔਰਤ, ਤੁਸੀਂ ਸੋਚੋ ਵੀ ਤੇ ਔਰਤ ਹੀ ਆ ਨਾ, ਔਰ ਉਹ ਇਹ ਜਸਪਾਲ ਨੂੰ ਕਦੀ ਨਹੀਂ ਬੁਲਾਉਂਦੀ ਤੇ ਉਹਦੇ ਨਾਲ ਰਹਿਣਾ ਚਾਹੁੰਦੀ ਸੀ, ਕਦੀ ਉਦੋਂ ਵੀ ਨਹੀਂ। ਇਹ ਨਹੀਂ ਕਿ ਜਸਪਾਲ ਨਾਲ ਉਦੋਂ ਉਹਦੇ ਨਾਲ ਪਿਆਰ ਸੀ ਜਾਂ ਉਦੋਂ ਬੜੀ ਰੱਖੜੀ ਬੰਨ੍ਹਦੀ ਸੀ, ਨਾ, ਉਦੋਂ ਵੀ ਨਹੀਂ ਪਿਆਰ ਸੀ, ਉਦੋਂ ਵੀ ਨਹੀਂ ਬੁਲਾਉਂਦੀ, ਪਰ ਨਾਲ ਉੱਥੋਂ ਰਹਿਣਾ ਚਾਹੁੰਦੀ ਸੀ ਕਿ ਉਹਦੇ ਨਨਾਣਾ ਨਹੀਂ ਚੰਗੀਆਂ ਲੱਗਣੀਆਂ। ਜਿਹੜੀਆਂ ਨਨਾਣਾ ਨੇ ਸਿਰ ਚੁੱਕ ਕੇ ਆਪਣੇ ਭਰਾ ਨੂੰ ਆਂਦਾ ਸੀ ਉਹ ਨਹੀਂ ਚੰਗੀਆਂ ਲੱਗਣ ਡੀਆਂ ਇਹਨੂੰ। ਤੇ ਫਿਰ ਕੀ ਹੋਇਆ, ਅਸੀਂ ਉਸ ਘਰ ਦੇ ਵਿੱਚ ਜਦੋਂ ਅਸੀਂ ਰਹਿਣਾ ਸ਼ੁਰੂ ਕੀਤਾ ਤੇ ਜਸਪਾਲ ਦੀ ਇੰਨੀ ਦੌੜ ਲੱਗੀ। ਜਸਪਾਲ ਨੇ, ਮੈਂ ਵੇਖਣਾ, ਜਸਪਾਲ ਨੇ ਕਿ ਮੈਂ ਦੱਸਣਾ ਵੀ ਨਹੀਂ, ਮੈਂ ਅੰਦਰ ਬੈਠੀ ਹੋਣਾ ਜਾਂ ਲਿਵਿੰਗ ਰੂਮ 'ਚ ਮੈਂ ਬੈਠੀ ਹੋਣਾ, ਮੈਂ ਵੇਖਣਾ ਉਹਨੇ ਕਾਰ ਚੁੱਕਣੀ, ਭੱਜ ਜਾਣਾ। ਇਹਨਾਂ ਨੇ ਇਹ ਜਾ ਕੇ ਦੋਵੇਂ, ਇਹ ਜਿਹੜੇ ਹੈਗੇ ਹੀ ਮਤਲਬ ਕਿ ਇਹਦੀ ਮਾਂ, ਇਹ ਤੇ ਉੱਥੇ ਇਹਨੇ ਆਪਣਾ ਘਰ ਲੈ ਲਿਆ ਸੀ ਹੈ ਨਾ, ਰਹਿ ਰਹੀ ਕੈਲੀਫੋਰਨੀਆ, ਉਹ ਹੋਰ ਕਿਸੇ ਸਿਟੀ ਵਿੱਚ ਉੱਥੇ ਮੂਵ ਹੋ ਗਏ। ਪਰ ਉਹ ਨਾ ਦੂਸਰੇ ਬੇਟੇ ਨਾਲ ਰਹੇ, ਮੇਰੇ ਨਾਲ ਤੇ ਇਦਾਂ ਰੱਖਿਆ ਨਾ ਉਹਨਾਂ ਵੀ ਜੇ ਰਹਿਣਾ ਤੇ ਇਹਦੇ ਨਾਲ ਹੀ ਰਹਿਣਾ ਵਾ। ਨਾ ਉਹ ਕਦੀ ਅੱਜ ਤੱਕ ਪੋਤਰਿਆਂ ਨਾਲ ਰਹਿ ਜੇ, ਨਾ ਉਹ ਔਰਤ ਜਿਹੜੀ ਹੈਗੀ ਸਟੈਪ ਸੱਸ ਨਾ ਕਦੀ ਪੋਤਰਿਆਂ ਨਾਲ ਰਹੀ ਆ, ਨਾ ਹੋਰ ਵੀ ਸਾਡਾ ਦੂਸਰਾ ਜਿਹੜਾ ਦਿਓਰ ਦਰਾਣੀ ਆ ਉਹਨਾਂ ਨਾਲ ਰਹਿ ਸਕਦੀ। ਜ਼ਰੂਰੀ ਥੋੜਾ ਕਿ ਜਸਪਾਲ ਹੀ ਇੱਕ ਬੇਟਾ ਸੀ ਕਿ ਇਹਦੇ ਨਾਲ ਹੀ ਰਹਿਣਾ, ਨਾ, ਮੇਰੇ ਉੱਤੇ ਹੀ ਤਲਵਾਰ ਲਟਕਾਈ ਹੋਈ ਕਿ ਬੱਚਿਓ ਨਹੀਂ, ਅਸੀਂ ਨਹੀਂ ਰਹਿ, ਸਾਡੀ ਤੁਹਾਡੀ ਭੂਆ ਨੂੰ ਨਹੀਂ ਇਹਨੇ ਨਾਲ ਰੱਖਿਆ, ਸਾਨੂੰ ਨਹੀਂ ਰੱਖਦੀ, ਇਸ ਕਰਕੇ ਤੁਸੀਂ ਨਹੀਂ ਰਹਿਣਾ। ਚਲੋ ਜੇ ਉਹ ਬੱਚੇ ਨਹੀਂ ਰਹੇ ਤੇ ਬੱਚਿਆਂ ਦੇ ਵੀ ਵਿਆਹ ਹੋ ਗਏ, ਬੱਚੇ ਵੀ ਆਪਣੇ ਘਰ ਵਸਾਏ, ਬੱਚਿਆਂ ਦੇ ਘਰ ਤੁਸੀਂ ਕਿਉਂ ਨਹੀਂ ਰਹੇ, ਮੇਰੇ ਇਕੱਲੀ ਦੇ ਕਿਉਂ? ਮਤਲਬ ਕਿ ਇਹੋ ਹੀ ਗੱਲ ਹੈ। ਫਿਰ ਤੁਸੀਂ ਅਖੀਰ ਤੇ ਇਸ ਗੱਲ ਤੇ ਹੀ ਤੁਸੀਂ ਪਹੁੰਚਣਾ ਹੈਗਾ ਕਿ ਕਰਮ ਤੇਰੇ ਏਦਾਂ ਹੀ ਕਿ ਹੋਰ ਵੀ ਘਰ ਵਿੱਚ ਦੂਸਰੀ ਨਨਾਣ ਵੀ ਹੈਗੀ ਸਕੀ, ਮੇਰਾ ਦਿਓਰ ਹੈਗਾ ਹੀ ਸਕਾ, ਉਹਦੇ ਘਰ ਨਹੀਂ ਰਹਿ। ਫਿਰ ਦੋ ਜਿਹੜੇ ਪੋਤਰਿਆਂ ਨੂੰ ਹਮੇਸ਼ਾ ਹੀ ਇਹੋ ਇਹ ਔਰਤ ਕਹਿੰਦੀ ਰਹਿੰਦੀ, ਪੇ ਚੈੱਕ ਇਦਾਂ ਹੀ ਫੜ ਲਏ ਨੇ, ਪੇ ਚੈੱਕ। ਦੋਵੇਂ ਮਾਵਾਂ ਧੀਆਂ ਜਦੋਂ ਗੱਲ ਕਰਦੀਆਂ ਹੁੰਦੀਆਂ ਸੀ ਤੇ ਪੇ ਚੈੱਕ ਨੇ। ਤੇ ਮੇਰੇ ਉੱਤੇ ਤਲਵਾਰ ਇਸ ਕਰਕੇ ਮਤਲਬ ਕਿ ਲਟਕੀ ਰਹੀ ਕਿ ਉਹ ਜਸਪਾਲ ਵੀ ਤੇ ਤੀਸਰਾ ਪੇ ਚੈੱਕ ਹੀ ਨਾ, ਹਨਾ, ਤੇ ਉਹ ਮੇਰੇ ਹੋਣ ਕਰਕੇ ਤੇ ਪਰ ਉਹ ਨਾ ਦੂਸਰੇ ਵੱਲ ਰਹੇ, ਨਾ ਜਦੋਂ ਮੁੰਡੇ ਪੋਤਰੇ ਵਿਆਹੇ ਗਏ ਨਾ ਉਹਨਾਂ ਦੇ ਨਾਲ ਹੀ ਰਹੇ, ਕਦੀ ਨਹੀਂ ਰਹੇ। ਪਰ ਕਿੱਥੇ ਰਹਿੰਦੀ ਆ, ਆਪਣੇ ਭਤੀਜੇ ਤੋਂ 2-3 ਘਰ ਛੱਡ ਕੇ ਉਹਦੇ ਲਾਗੇ ਰਹਿੰਦੀ ਆ। ਤੇ ਤੁਹਾਨੂੰ ਪਤਾ ਕਿ ਮੈਨੂੰ ਬਹੁਤ ਸਾਰੇ ਹੱਕਾਂ ਤੋਂ ਵਾਂਝੇ ਰੱਖਿਆ ਇਹਨਾਂ ਦੋਨਾਂ ਔਰਤਾਂ ਨੇ। ਮੈਨੂੰ ਇਸ ਕਰਕੇ ਰੱਖਿਆ ਕਿ ਭਤੀਜਿਆਂ ਨੂੰ ਦੇ ਦੂਗੀ, ਬੱਚਿਓ ਇਹਨੂੰ ਕੁਛ ਨਹੀਂ ਦੇਣਾ, ਬੱਚਿਓ ਇਹਦੇ ਕੋਲ ਬਿਲਕੁਲ ਨਹੀਂ ਜਾਣਾ, ਇਹਨੂੰ ਅਸੀਂ ਕੁਛ ਹਿੱਸਾ ਨਹੀਂ ਲੈਣ ਦੇਣਾ ਇੱਥੋਂ ਦਾ। ਇਹ ਜੀ ਮੇਰੇ ਵਰਗੀ ਔਰਤ ਦੀ ਕਹਾਣੀ ਕਿ ਇਹਨੂੰ ਨਹੀਂ ਹਿੱਸਾ ਲੈਣਾ, ਭਤੀਜਿਆਂ ਨੂੰ ਦੇ ਦੂ, ਕਿਉਂਕਿ ਆਪਣਾ ਬੱਚਾ ਨਹੀਂ ਹੈਗਾ, ਇਹ ਤੁਹਾਨੂੰ ਨਹੀਂ ਦਊਗੀ, ਭਤੀਜਿਆਂ ਨੂੰ ਦੇ ਦੂ। ਜਿਹੜੀ ਔਰਤ ਵੇਖੋ, ਔਰਤ ਹੀ ਔਰਤ ਨੂੰ ਕਹਿਣ ਡਈ ਆ ਤੇ ਮੇਰੇ ਭਤੀਜੇ ਬਾਰੇ ਕਹਿਣ ਡਈ ਕਿ ਉਹ ਲੈ ਲਓ, ਮੇਰਾ ਭਤੀਜਾ ਉਹ ਕਿ ਮੇਰਾ ਖੁਦ ਦਾ ਭਰਾ ਖਤਮ ਹੋ ਚੁੱਕਾ ਤੇ ਮੈਂ ਉਸ ਮੇਰੇ ਭਰਾ ਦੀ ਬਣੀ ਹੋਈ ਜ਼ਮੀਨ ਨਹੀਂ ਹੋ, ਨਾ ਮੇਰੇ ਮਾਂ-ਬਾਪ ਦੀ ਬਣੀ ਹੋਈ ਜੀਨ, ਮੇਰੇ ਪੜਦਾਦੇ ਤੋਂ ਬਣੀ ਜ਼ਮੀਨ ਜਾਇਦਾਦ ਸੀ ਸਾਡੀ, ਤੇ ਉਹਦੇ ਵਿੱਚ ਮੇਰਾ ਅੱਧਾ, ਜੇ ਮੇਰਾ ਭਰਾ ਹੀ ਖਤਮ ਹੋ ਗਿਆ ਤੇ ਜਦੋਂ ਮੇਰਾ, ਤੁਸੀਂ ਸੋਚੋ ਚਾਹ ਕੱਪ ਵੀ ਸਾਂਝਾ ਨਹੀਂ ਆ, ਕੋਈ ਪੇਕਿਆਂ ਦਾ ਕੋਈ ਮੇਰਾ ਰਿਹਾ ਹੀ ਨਹੀਂ ਆ, ਤੇ ਮੇਰਾ ਕੋਈ ਬੰਦਾ ਹੀ ਉਹਨਾਂ ਨੂੰ ਜ਼ਮੀਨ ਦੇਣ ਦਾ। ਉਹਨਾਂ ਨੇ ਤੇ, ਮੈਂ ਤੇ ਦੇਣੀ ਨਹੀਂ, ਮੈਂ ਤੇ ਆਪਣੀ ਅੱਧੀ ਲੈਣੀ ਸੀ, ਪਰ ਮੈਨੂੰ ਉਹਨਾਂ ਨੇ ਅੱਧੀ ਨਹੀਂ ਲੈਣ ਦਿੱਤੀ ਕਿਉਂਕਿ ਤੁਹਾਨੂੰ ਪਤਾ ਕਿ ਉੱਥੇ ਮਜੀਠੀਏ, ਬਾਦਲਾਂ, ਉਹਨਾਂ ਸਾਰੇ ਲੋਕਾਂ ਦੇ ਨਾਲ ਉਹਨਾਂ ਨੇ ਪੈਸੇ ਦੇ ਕੇ ਖਰੀਦੇ ਹੋਏ ਸੀ। ਤੋ ਉਹ ਇਹੋ ਜਿਹੇ ਲੋਕ ਮਰਵਾ ਸਕਦੇ ਤੁਹਾਨੂੰ, ਹਨਾ। ਤੇ ਮੈਂ ਤਾਂ ਉੱਦਾਂ ਹੀ ਤੋਬਾ ਕਰਕੇ ਆ ਗਈ, ਉਹ ਮੇਰਾ ਭਤੀਜਾ ਹੀ, ਹਨਾ। ਤੇ ਉਹਨਾਂ ਨੇ ਹੋਰ ਕੋਈ ਔਰਤ ਖਿਲਾਰ ਕੇ ਤੇ ਮੇਰਾ ਹਿੱਸਾ ਗਮਨ ਕਰ ਲਿਆ। ਨਹੀਂ ਤੇ ਮੈਂ ਝੂਠ ਐਵੇਂ ਕਹਾਂ ਤੁਹਾਨੂੰ ਕਿ ਮੈਂ ਦੇ ਦੇਣੀ ਸੀ ਆਪਣੀ ਜ਼ਮੀਨ, ਮੈਂ ਨਹੀਂ ਦੇਣੀ। ਮੇਰੇ ਦਾਦੇ ਪੜਦਾਦੇ ਦੀ ਜ਼ਮੀਨ ਸੀ ਤੇ ਮੇਰਾ ਭਰਾ ਹੀ ਨਹੀਂ ਰਿਹਾ, ਜੋ ਮੇਰਾ ਪੇਕਾ ਘਰ ਹੀ ਨਹੀਂ ਰਿਹਾ। ਅੱਛਾ, ਉਹ ਜਿਹੜੀ ਮੇਰੀ ਸਟੈਪ ਸੱਸ ਸੀ, ਉਹਨੇ ਵੇਖੋ
पेकियां तो नहीं मिलिया, क्लीयर हो गया तुहानूं सौदा भी पेकियां तो इस करके कि भरा भी चले गया, माँ भी चले गया। माँ ने सारा कुछ मेरे नाम ते लिख दिता ही, मैं देना ही, अगों देना ही। ते पर इन्हां जिहड़े मजीठीए बादल सब बैठे होए आ, सब चलदा उत्ते, तुहानूं पता लोग पैसे ना खरीदे जाते हैं। तो मेरे वर्गी कोई होर औरत भी बना के ते सहन भी कर ले, वो भतीजे की गल करने कि वो भतीजे ने दे देना, उत्थों भी खाली हो गई। इत्थों इस करके नहीं मिलिया कि भतीजे ने दे दूंगी। अच्छा, जिहड़ी औरत कहण दी भतीजे, वो चार गलियां छड्ड के ना अपने पोतरियां को रही, ना अपने दूसरे बेटे को रही, ना साडे को रही, अपने भतीजियां को। वो जिहड़ी भूआ भी आ, वो भी अपने मतलब कि जिवें उहनूं समझो कि मामे दे बेटे दे लागे रहण डई, उत्थे रहण डई। उन्होंने ये पूछा, चलो मैं तो नहीं रखिया, उन्होंने जे पूछे इन्होंने दोवां औरतों स्टैप माँ ते स्टैप सस नूं, तुहाडी इस नौं ने तुहानूं नहीं रखिया है ना, दूसरे कित्थे ही, दोवें पोते कित्थे आ, उन्होंने भी अपने घर बार आ, वो भी विआहे वरे, वो भी बच्चों वाले, उत्थे क्यों नहीं तुसीं रहे? तुसीं दूसरे पोते ना क्यों नहीं रहे? तुसीं एक दे उत्ते ही क्यों शिकार, मतलब एक दे उत्ते ही क्यों इन्नी जाति? पर ये जाति तुहानूं पता इंसान नहीं करने वाला। तुसीं सोचो, हाँ, इंसानां दे रूप विच ही हवान आउंदे आ, इस धरती ते आपां चलदे आ। ते तुसीं सोचो जे असीं उदां आराम नाल चलन दिया होए, जे सानूं खब्बे सज्जे अगे पिछे आपां नूं कोई तंग ना करे, तां अपनी किन्नी जिंदगी समूथ होवे, है ना। असीं किसे दा हक नहीं लैंदे, ना किसे नूं असीं अपना हक दिंदे आ, असीं आराम नाल चलन डे आ। पर ये इंसानां दे रूप विच धरती ते कुछ हवान आए आ, जिन्हां ने तुहाडी जिंदगी पूरी तरह इदां करके निचोड़ लैनी आ। ओह जिहड़ी स्टैप सस ते जिहड़ी स्टैप ननान आ कट्ठियां हो गईयां, तो भी दसदियां किवें कट्ठियां। ते ओह अपने भतीजे दे कोल ही 2-3 गलियां छड्ड के, जिहड़ी चीज़ दे उत्ते मैनूं दस्सण दई ही कि मेरे तो डरा के भजाउण दई सारिआं नूं, ओह आप अपने भतीजे दे कोल लागे रह लिया भी उत्थे देना सौखा हो जाऊगा, हिसाब किताब करना पैसिਆਂ ਦਾ। ਇਹੋ ਜਿਹੀ ਗੰਦੀਆਂ ਜਿਹੀਆਂ ਚੀਜ਼ਾਂ ਮੈਂ ਕਿੱਧਰ ਵੜ ਗਈ ਆ ਪੈਸਿਆਂ ਦੇ ਚੱਕਰ 'ਚ। ਚਲੋ ਛੱਡੋ, ਅਸੀਂ ਰਹਿਣ ਡਿਆ ਸੀ ਜਸਪਾਲ ਦਾ ਭੱਜ ਕੇ ਜਾਣਾ ਆਪਣੇ ਬੱਚਿਆਂ ਵੱਲ, ਬੱਚਿਆਂ ਨੂੰ ਲੈ ਕੇ ਆਉਣਾ, ਨਹੀਂ ਗੱਲ ਬਣੀ ਹੈ ਨਾ, ਨਹੀਂ ਬਣੀ। ਉਹ ਜਾਂਦਾ ਹੀ ਖਾਲੀ ਆਉਂਦਾ ਹੈ, ਪਰ ਉਹ ਮੇਰੇ ਨਾਲ ਗੱਲ ਕਰਦਾ, ਕਦੀ ਕਰਦਾ, ਜਸਪਾਲ ਕਦੀ ਨਹੀਂ ਗੱਲ ਕਰਦਾ। ਜਸਪਾਲ ਗੱਲ ਕਰੇ ਤੇ ਜਿਵੇਂ ਸਮਝੋ ਉਹ ਲਾਈਕ करदा कि जिवें मैं कोई कंध बन के इदां सुना, पर मैं कुछ कहंदी कि नहीं, हाँ इत्थे ओहदा कसूर आ, इत्थे ओहदा वा, तो कहंदा उहनूं चंगा ना लगदा बेचारे नूं। अंतां दी दुखी आत्मा। और करन वाली कौन? ओहदी खुद दी स्टैप भैन, अपनी जिहड़ी सकी भैन आ ओहदियां ते जसपाल बहुत सिफतां करदा हैगा, क्योंकि वो किसी चीज़ च नहीं आउंदी जां कुछ नहीं कहंदी। ਇਹ ਸਟੈਪ ਭੈਣ ਜਿਵੇਂ ਉਹਨੇ ਮੈਨੂੰ ਕੱਲ੍ਹ ਦੱਸਿਆ ਕਿ ਤੂੰ ਆਪ ਹੀ ਹਿਸਾਬ ਲਾ ਲਾ ਕਿ ਕਿੰਨਾ ਖਾ ਚੁੱਕੀ ਹੈ। ਫਿਰ ਨਹੀਂ ਬਚਿਆ ਹੈ, ਪਰ ਜਿਹੜਾ ਵੱਡਾ ਬੇਟਾ ਸੀ, ਜਦੋਂ ਮੈਂ ਮਿਲੀ ਹਾਂ ਜਸਪਾਲ ਨਾਲ ਵਿਆਹ ਹੋਇਆ, ਉਹਦਾ ਆਲਰੇਡੀ ਲਵ ਅਫੇਅਰ ਚੱਲਣ ਡਿਆ ਸੀ। ਤੇ ਜਦੋਂ ਮੈਨੂੰ ਕਈ ਵਾਰ ਹਾਸਾ ਆਉਂਦਾ, ਜੋ ਟਿਕਟੋਕ ਤੇ ਕਹਿਣਗੇ ਹਾਏ ਤੁਸੀਂ ਸੰਭਾਲੇ ਨਹੀਂ ਬੱਚੇ, ਅੱਛਾ ਇੱਦਾਂ ਮਤਲਬ ਬਹੁਤ ਅਕਲਾਂ ਦੇਣਗੇ। ਮੈਂ ਕਿਹਾ ਕਦੀ ਤੁਸੀਂ ਕਿਸੇ ਦੇ पैर की जुत्ती अपने पैर च पा के वेखियो, फिर महसूस करियो कि किद्दां हुंदा वा। वो ऑलरेडी लव फेयर दा चल रहा पिया ही, वो भी उत्थे रहिंदा ही, पर वो इन्हां दे पूरी तरह चुगल च नहीं उस टाइम ते, इस उदों नहीं। पर ओहदा एक साडी जदों शादी हुंदी आ 99 1 साल बाद ही साडे ओहदी शादी होई। उन्हें आके अपने फादर नूं दस्सिया कि ਇਹ ਨਹੀਂ ਮੰਨ ਰਹੇ ਹੋਣਗੇ ਹੈ ਨਾ ਉਸ ਟਾਈਮ, ਤਾਂ ਹੀ ਉਹਨਾਂ ਦੇ ਕੜੀਕੇ 'ਚ ਨਹੀਂ ਆ ਸਕਿਆ। ਉਹਨੇ ਆਪਣੇ ਫਾਦਰ ਨੂੰ ਦੱਸਿਆ ਕਿ ਇੱਦਾਂ ਮੈਂ ਲਵ ਕਰਦਾ ਅਤੇ ਮੈਂ ਸ਼ਾਦੀ ਕਰਨੀ ਆ। ਅਤੇ ਅਫਕੋਰਸ ਜਸਪਾਲ ਨੇ ਸਮਝਾਇਆ ਹੋਊਗਾ ਆਪਣੇ ਬੇਟੇ ਨੂੰ ਵੀ ਤੂੰ ਸੋਹਣਾ ਸੁਨੱਖਾ ਵਾ, ਤੈਨੂੰ ਤੇ ਜ਼ਿੰਦਗੀ ਬਲਕਿ ਇੰਨਾ ਜੰਗ ਆ ਜੇ ਅਤੇ ਤੇਰੀ ਜ਼ਿੰਦਗੀ ਦੇ ਅੱਗੇ ਬਹੁਤ ਪਈ ਆ, ਅਤੇ ਤੈਨੂੰ ਤਾਂ ਵੱਧ ਤੋਂ ਵੱਧ ਕੁੜੀ ਵਧੀਆ ਮਿਲ ਸਕਦੀ, ਵਧੀਆ ਘਰ ਮਿਲ ਸਕਦੇ, ਵਧੀਆ ਪਰਿਵਾਰ ਮਿਲ ਸਕਦੇ, ਵਧੀਆ ਸੋਹਣੀ ਸੁਨੱਖੀ ਕੁੜੀ ਮਿਲ ਸਕਦੀ ਆ। ਪਰ ਤੁਹਾਨੂੰ ਪਤਾ ਜਦੋਂ ਇਸ਼ਕ ਹੁੰਦਾ ਵਾ ਨਾ, ਅਤੇ ਇਨਸਾਨ ਨੂੰ ਸਮਝ ਨਹੀਂ ਆਉਂਦੀ ਕਿ ਕੀ ਉਹਦੇ ਲਈ ਚੰਗਾ ਜਾਂ ਬੁਰਾ ਵਾ। ਪਰ ਰੱਬ ਨੇ ਜੋ ਲਿਖਿਆ ਹੁੰਦਾ ਉਹੀ ਹੋਣਾ ਹੁੰਦਾ। ਉਹਦਾ ਵਿਆਹ ਹੋਇਆ ਅਤੇ ਉਹਨੇ ਸਾਨੂੰ ਪੂਰੀ ਪਰਮਿਸ਼ਨ ਦਿੱਤੀ, ਉਹ ਘਰ ਆ ਗਿਆ। ਉਹਨਾਂ ਦਿਨਾਂ 'ਚ ਜਦੋਂ ਉਹਦਾ ਵਿਆਹ ਹੋਇਆ, ਅਸੀਂ ਬਹੁਤ ਖੁਸ਼ ਸੀ। ਤੁਸੀਂ ਯਕੀਨ ਕਰਦੇ, ਮੈਂ ਪਾਣੀ ਵੀ ਵਾਰਿਆ ਸੀ ਉਸ ਟਾਈਮ। ਇਹਨਾਂ ਨੂੰ ਬਾਅਦ ਵਿੱਚ ਖਬਰ ਹੁੰਦੀ ਵੀ ਇਹਨਾਂ ਦੇ ਸਾਹਮਣੇ ਜਦੋਂ ਗੱਲ ਕਰਨੀ ਸੀ, ਪਰ ਇਹ ਪੂਰੀ ਤਾਂ ਖੁਸ਼ ਨਹੀਂ ਜਿਵੇਂ ਹੋਵੇ ਜਾਂ ਕਿੱਦਾਂ ਵਾ।
मतलब वो गल नहीं बनी जो ये करना चाहन डया ही। पर उस टाइम मैनू ते जसपाल नू मौका मिल गया उस वो बेटे का विआह विच शामिल होने का। तो घर विच रह के ही विआह होया, सारे आए, खूब मज़ा लगा, रौनक बहुत वधिया समा सुहावना ही। डांस होया रात नूं बहुत सोहना, सारा कुछ बहुत वधिया ही। दोनों जोड़ी सोहनी लगन डई सी, उन्हां दी रब दी किरपा नाल उन्हां कोल बच्चे भी आ 2। तो वो साढ़े विआह तो तुसीं आप ही अंदाजा ला लो कि जिन्हों ये संभालण लई गल्लां करन डई जां जिन्हों मैनूं इन्ना मतलब तंग करन दी की जरूरत पई इहनूं, मतलब कि पता नहीं, कुछ जवाब नहीं हैगा मेरे को। मैं तुहानूं सुणाउणी आ, फैसला करना तुहाडे हत्थ 'च आ। ਉਹਦਾ ਵਿਆਹ ਹੋ ਗਿਆ, ਉਹ ਕੁਛ ਚਿਰ ਰਿਹਾ, ਫਿਰ ਉਹ ਹੀ ਸ਼ੁਰੂ ਹੋ ਗਈਆਂ ਹੈ ਨਾ ਕਿ ਇੱਥੇ ਰਹਿਣਾ ਉੱਥੇ ਰਹਿਣਾ। ਤੇ ਫਿਰ ਇਹ ਵੱਖਰੇ ਰਹਿੰਦੇ ਸੀ, ਮਤਲਬ ਕਿ ਸਟੈਪ ਸੱਸ ਤੇ ਉਸ ਸਹੁਰਾ। ਉਹਨਾਂ ਨੂੰ ਜਦੋਂ ਅਸੀਂ ਜਾਂਦੇ ਹਾਂ ਤੇ ਕਦੀ ਉੱਥੇ ਬਹਿਣਾ ਵੀ ਹੁੰਦਾ ਤੇ ਇੱਦਾਂ ਹੀ ਹਿਲਦੀ ਨਹੀਂ, ਇੱਦਾਂ ਵੀ ਨਹੀਂ ਹੁੰਦੀ, ਮਾੜਾ ਇੱਦਾਂ ਵਕਵਾ ਨਹੀਂ ਪਾਉਂਦੀ ਸੀ। ਮਤਲਬ ਕਿ ਕੋਈ ਮਤਲਬ ਕਿ ਉਹਨਾਂ ਨਾਲ ਕੋਈ ਚੁਗਲੀ ਵੀ ਨਹੀਂ ਕਿਸੇ ਨੇ ਕਰਨੀ, ਉੱਦਾਂ ਹੀ ਮਤਲਬ ਗੱਲ ਹੀ ਨਹੀਂ ਕਰਨ ਦਿੰਦੀ ਸੀ ਕਿਸੇ ਬੱਚੇ ਨੂੰ ਵੀ। ਦੂਸਰੇ ਇਹ ਨਹੀਂ ਕਿ ਸਾਨੂੰ ਹੀ ਨਹੀਂ, ਦੂਸਰੇ ਬੱਚਿਆਂ ਨੂੰ ਜਿਹੜੇ ਦੂਸਰੇ ਜਸਪਾਲ ਹੋਣੀ 3 ਭੈਣ ਭਰਾ, ਦੂਜੇ ਵੀ ਕਦੀ ਵੀ ਨਹੀਂ ਇਹੋ ਜਿਹਾ ਉਹਨਾਂ ਨੂੰ ਮੌਕਾ ਮਿਲਿਆ ਹੋਣਾ ਵੀ ਫਾਦਰ ਇਕੱਲਾ ਆ ਗਿਆ ਉਹਨਾਂ ਘਰ ਮਿਲਣ, ਜਾਂ ਫਾਦਰ ਇੱਧਰ ਆ ਗਿਆ ਜਾਂ ਉੱਦਾਂ, ਇਹੋ ਜਿਹਾ ਨਹੀਂ, ਇਹ ਨਹੀਂ ਛੱਡਦੀ ਸੀ। ਫਿਰ ਚਲੋ ਉਹ ਲੜਕਾ ਵੀ ਸ਼ਾਦੀ ਹੋਈ ਜਸਪਾਲ ਬੇਟੇ ਦੀ, ਉਹ ਵੀ ਉਹਨਾਂ ਨੇ ਵੀ ਆਪਣਾ ਅਪਾਰਟਮੈਂਟ ਲੈ ਲਿਆ, ਉਹਨਾਂ ਵੀ ਆਪਣੀ ਜ਼ਿੰਦਗੀ ਸੋਹਣੀ ਤਾਂ ਸ਼ੁਰੂ ਕਰ ਲਈ। ਛੋਟਾ ਬੇਟਾ ਸੀ ਜਿਹੜਾ, ਉਹ ਇਹਨਾਂ ਦੇ ਪੂਰੀ ਤਰ੍ਹਾਂ ਫਿਰ ਇਹਨਾਂ ਸੋਚ ਹੀ ਲਿਆ ਸੀ ਕਿ ਵੱਡੇ ਨੇ ਤੇ ਆਪੇ ਕਰ ਲਿਆ ਵਾ, ਤੇ ਛੋਟੇ ਨੂੰ ਹੁਣ ਪੂਰੀ ਤਰ੍ਹਾਂ ਇੱਦਾਂ ਆਲੇ ਦੁਆਲੇ ਸੀਖਾਂ ਬੰਨ੍ਹ ਕੇ ਤੇ ਰੱਖ ਲਿਆ। ਮੈਨੂੰ ਯਾਦ ਆ ਕਿ ਇਹ ਔਰਤ ਜਿੱਥੇ ਸਟੈਪ ਭੈਣ ਰਹਿੰਦੀ ਸੀ, ਜਸਪਾਲ ਮੈਂ ਕਿਹਾ ਕੀ ਕਰ ਸਕਦੇ ਹਾਂ। ਮੈਂ ਕਿਹਾ ਚਲੋ ਇਹਦੇ ਵੱਲ ਜਾਂਦੇ ਹਾਂ, ਸਟੈਪ ਭੈਣ ਵੱਲ। ਨਾਲ ਅਸੀਂ ਇਹ ਦੱਸੋ ਇੰਨਾ ਪੈਸਾ ਲੈਣ ਤੋਂ ਬਾਅਦ ਇਹਨੂੰ 40-50, ਤੁਹਾਨੂੰ ਲੱਗਦਾ ਕਿ ਇਹਨੂੰ 40-50 ਸਾਡੇ ਵੱਲੋਂ ਦਿੱਤੇ ਕੁਛ ਮਹਿਣੇ ਰੱਖਦੇ ਹੋਣਗੇ ਇਸ ਔਰਤ ਨੂੰ? ਸਗਨ ਦੀ ਥੋੜਾ ਗੱਲ, ਇਹ ਤੇ ਮਤਲਬ ਕਰੋੜਾਂ ਦੀ ਜਿੱਥੇ ਪੈਸਾ ਲੈ ਚੁੱਕੀ ਆ, ਤੁਹਾਨੂੰ ਲੱਗਦਾ ਕਿ ਇਸ ਔਰਤ ਨੂੰ? ਤੇ ਮੈਂ ਕਿਹਾ ਆਪਾਂ ਚੱਲਦੇ ਹਾਂ, ਨਾਲੇ ਕੁਛ ਇੱਦਾਂ ਗਿਫਟ ਕਰਾਂਗੇ, ਨਾਲੇ ਉਹਨੂੰ ਕਵਾਂਗੇ ਕਿ ਬੱਚੇ ਨੂੰ ਨਾ ਪਲੀਜ਼ ਛੱਡ ਦੇ, ਵੀ ਘਰ ਲਿਆ ਹੋਇਆ ਵਾ, ਸਾਡਾ ਬੱਚਾ ਵਾ ਹੈ ਨਾ, ਤੇ ਰਹਿਣ ਦੇ। ਅਸੀਂ ਗਏ, ਉਹਦਾ ਹਸਬੈਂਡ ਵੀ ਬੈਠਾ ਸੀ ਤੇ ਇੱਦਾਂ ਹੱਸੇ, ਮਤਲਬ ਕਿ ਕੁਛ ਨਹੀਂ, ਕੋਈ ਗੱਲ ਨਾ, ਮਤਲਬ ਕਿ ਉਸ ਟਾਈਮ ਬੱਚਾ ਮੌਜੂਦ ਨਹੀਂ, ਕਦੀ ਉਹ ਬੱਚਾ ਇੰਨਾ ਕਰ ਜਾਂਦਾ ਸੀ, ਕਦੀ ਮਤਲਬ ਦਾਦੀ ਦਾਦੇ ਨਾਲ ਰਹਿੰਦਾ ਸੀ। ਪਰ ਇਹ ਛੱਡਦੀਆਂ ਦੋਨੋਂ ਜਾਣੀਆਂ, ਉਹਨਾਂ ਨੂੰ ਨਹੀਂ ਛੱਡਿਆ, ਜਿਵੇਂ ਪੇ ਚੈੱਕ ਕਰਦੀਆਂ ਸੀ ਨਾ। ਤੇ ਅਸੀਂ ਜਾ ਕੇ ਗੱਲ ਵੀ ਕੀਤੀ ਤੇ ਕੁਛ ਨਹੀਂ, ਆ ਗਏ। ਫਿਰ ਅਸੀਂ ਉੱਥੇ ਰਹਿ ਰਹੇ ਸੀ, ਉੱਧਰ ਮੈਂ ਆਪਣੇ ਬਿਜੀ ਹੋ ਗਈ, ਮੈਂ ਆਪਣੇ ਬ੍ਰਦਰ ਨੂੰ ਲੈ ਕੇ ਆਉਣਾ ਸੀ। ਫਿਰ ਮੈਂ ਤੁਹਾਨੂੰ ਅੱਗੋਂ ਸਟੋਰੀ ਸੁਣਾਉਂਦੀ ਹਾਂ ਦੁਬਾਰਾ। ਥੈਂਕ ਯੂ।